सतनाम श्री वाहिगुरु साहिब जीओ। मैं मूरख की केतक बात है, कोट परादी तरियारे। गुरु नानक जिन सुनिया पेखिया, से फिर गरभास ना परियारे। तुम्हारी शरण तुम्हारी आसा, तुम ही सजना सोहेले। राखो राखनहार दयाला, नानक कर के गोले। राखो राखनहार दयाला, नानक कर के गोले। जुगो जुग टल चवर छत्र तखत दे मालक, दसां पातशाहियां जी दी जोत हाजर नाजर। श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी। गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे नाल मन विरदियां कागर करके जुड़ करके बहन दी कृपालता करिए। समय और सवासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सारवण करना करिए। आप संगत ने जो हुण तक लड़ीवार शब्द विचार कथा गुरबाणी सारवण करना कीती है, वो विचार इथों तक सी कि जिस वेले बाबा बंदा सिंह बहादुर जी सतगुरु गुरु गोबिंद सिंह महाराज जी वल्लों इधर भेजे हुए ने सूबा सरहंद पापी तो बदला लैण वास्ते। उस वक्त जिन्ना वैरियां ने पापियां ने पाप कमाए खैर कमाए ने, उन्हां नूं सजा देण वास्ते बाबा बंदा सिंह बहादुर दी ड्यूटी लाई गई है। ते इधर बाबा बंदा सिंह बहादुर जी नंदेड़ दी धरती तो पंजाब विखे सरहंद पहुंच के सूबा सरहंद नूं पूर्ण तौर ते जंग मैदान दे विच जंग जोज के को के मार दिता गया। जिवें उन्हें पापी ने पाप कमाए उहदी पाप दी उहनूं सजा प्रदान कीती है, उहनूं सजा दित्ती है। ते हुण बाकी जिहड़ी फौज है उहनूं लुट खसुट करके बाबा बंदा सिंह दी फौज ने बाबा बंदा सिंह बहादुर जी ने सरहंद नगरी नूं लुटण दी विचार बनाई है। उथों दे जिन्ना भी साजो समान है, सोना चांदी जो भी धातां वगैरह ने, उन्हां सबना नूं लुट लैना कीता। बड़े नगर विच फिर लुट मचा दित्ती, सोने चांदी सांभ लैना कीते ने। बड़े बाजारां नूं बहुत लुटना कीता। जिहड़े भी अगे अड़दे सन उन्हां नूं कहंदे तुरंत ही कुੱਟਿਆ ਜਾਂਦਾ मारिया ਜਾਂਦਾ। फिर सूरवीर घरां विच प्रवेश कर गए। वस्तां ते धन विशेष तौर ते उन्हां ने लुटने शुरू कर दिते ने।
ਮੁਗਲਾਣੀਆਂ ਜਾਦਾਣੀਆਂ ਪਠਾਣੀਆਂ ਉਸ ਵਕਤ ਘਰੋਂ ਕੱਢ ਦਿੱਤੀਆਂ ਗਈਆਂ ਨੇ। ਇੱਕ ਖੱਤਰੀ ਜਿਸ ਦੇ ਕੰਮ ਚੰਡਾਲਾਂ ਵਾਲੇ ਸਨ, ਉਹ ਕਹਿੰਦੇ ਝੂਠਾ ਆਨੰਦ ਮਹਾ ਬਦੀ ਕਰਨ ਵਾਲਾ ਸੀ। ਇਹ ਉਸ ਵਕਤ ਨੂੰ ਸੁੱਚਾ ਆਨੰਦ ਕਹਿੰਦੇ ਸਨ। ਹੈ ਇਹਦਾ ਵਿਚਾਰ ਹੈ ਨਾ, ਜਿੱਦਾਂ ਦੇ ਕਰਮ ਹੈ, ਜਿੱਦਾਂ ਦੀ ਮੱਤ, ਇਹਨੂੰ ਝੂਠਾ ਆਨੰਦ ਕਹਿਣਾ ਚਾਹੀਦਾ ਸੀ। ਉਹ ਝੂਠਾ ਆਨੰਦ ਮਹਾ ਬਦੀ ਕਰਨ ਵਾਲਾ ਸੀ, ਜਿਸ ਨੇ ਕਹਿੰਦੇ ਸਾਹਿਬਜ਼ਾਦੇ ਕਚਹਿਰੀ ਵਿੱਚ ਪੇਸ਼ ਹੋਇਆ ਨੂੰ ਕਿਹਾ ਸੀ ਕਿ ਜੰਮ ਦੀਆਂ ਸੂਲਾਂ ਦੇ ਮੁਖ ਤਿੱਖੇ ਹੁੰਦੇ ਨੇ। ਇਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਸੂਬਾ ਸਰਹੰਦ ਨੂੰ ਕਹਿੰਦੇ ਪੂਰਨ ਤੌਰ ਤੇ ਪ੍ਰੇਰਿਤ ਕੀਤਾ ਸੀ। ਸਾਹਿਬਜ਼ਾਦਿਆਂ ਦੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਈ, ਨਾਰਾ ਨਹੀਂ ਮਾਰਿਆ ਹਾਂ ਦਾ। ਇਦਾਂ ਕਰਕੇ ਨੇ ਵੱਡੀ ਵਿਚਾਰ ਕੀਤੀ, ਗੁਰੂ ਨਾਨਕ ਦੇ ਦਰਕਰ ਦੇ ਨਾਲ ਈਰਖਾ ਕੀਤੀ ਹੈ ਅਤੇ ਇਦਾਂ ਦਾ ਵਿਚਾਰ ਪ੍ਰਗਟ ਕੀਤਾ। ਹੁਣ ਕਹਿੰਦੇ ਸਿੰਘਾਂ ਨੇ ਉਸ ਝੂਠਾ ਆਨੰਦ ਬਾਰੇ ਵਿਚਾਰ ਕੀਤੀ, ਉਸ ਦਾ ਘਰ ਪੁੱਛ ਕੇ ਲੱਭ ਕੇ ਉਸ ਦੇ ਘਰ ਦੇ ਉੱਤੇ ਅਟੈਕ ਕਰਨਾ ਚਾਹੀਦਾ, ਕਿਉਂਕਿ ਸਭ ਤੋਂ ਵੱਡਾ ਕਾਰਜ ਦੇ ਖਾਲਸਾ ਪੰਥ ਦਾ ਇਹ ਹੈ ਕਿ ਜਿਹੜੇ ਗੁਰੂ ਨਾਨਕ ਦੇ ਦਰ ਕਰਦੇ ਪਾਪੀ ਅਪਰਾਧੀ ਨੇ, ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦੇ ਦਰ ਕਰਦੇ ਨਾਲ ਧਰੋਹ ਕਮਾਇਆ ਹੈ, ਮਾੜੀ ਵਿਚਾਰ ਪ੍ਰਗਟ ਕੀਤੀ, ਉਹਨਾਂ ਪਾਪੀਆਂ ਨੂੰ ਲੱਭ ਕੇ ਢੂੰਡ ਕੇ ਉਹਨਾਂ ਨੂੰ ਬਣਦੀ ਸਜ਼ਾ ਦੇਣੀ। ਇਹ ਖਾਲਸੇ ਪੰਥ ਦੀ ਮੇਨ ਡਿਊਟੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ। ਤੇ ਇਦਾਂ ਕਰ ਵੀ ਰਹੇ ਨੇ। ਜਿਹੜਾ ਗੁਰੂ ਨਾਨਕ ਦੇ ਦਰ ਕਰਦਾ ਦੋਖੀ ਹੈ, ਪਾਪੀ ਅਪਰਾਧੀ ਹੈ, ਚੁਗਲ ਨਿੰਦਕ ਹੈ, ਉਹਨੂੰ ਲੱਭ ਕੇ ਢੂੰਡ ਕੇ ਜਿਵੇਂ ਕਿਵੇਂ ਕਰਕੇ ਉਹਨੂੰ ਬਣਦੀ ਸਜ਼ਾ ਦੇ ਰਹੇ ਨੇ। ਹੁਣ ਇਸੇ ਤਰ੍ਹਾਂ ਇਹ ਝੂਠਾ ਆਨੰਦ ਉਹਦੇ ਘਰ ਨੂੰ ਵੀ ਪੁੱਛਣ ਲੱਗੇ ਨੇ। ਦੇਖੋ ਕਦੇ ਪੁੱਛ ਕੇ ਕਿੱਧਰ ਉਹਦਾ ਘਰ। ਉਸ ਦੁਸ਼ਟ ਨੂੰ ਫੜਨ ਦੀ ਵਿਚਾਰ ਕੀਤੀ ਹੈ। ਪੁੱਛਦੇ ਪਛਾਉਂਦੇ ਉਸ ਵਕਤ ਸਤਿਗੁਰ ਦਾ ਜਿਹੜਾ ਖਾਲਸਾ ਪੰਥ ਹੈ, ਸੁੱਚਾ ਆਨੰਦ ਦੇ ਘਰ ਦੇ ਕੋਲ ਪਹੁੰਚ ਗਿਆ। ਸੁੱਚਾ ਆਨੰਦ ਨੂੰ ਫੜ ਲਿਆ, ਉਸ ਦਾ ਨੱਕ ਵਿੰਨ ਕੇ ਉਸ ਦੇ ਵਿੱਚ ਛੇਕ ਕਰ ਦਿੱਤਾ ਗਿਆ। ਲੋਹੇ ਦਾ ਕੜਾ ਉਸ ਦੇ ਵਿੱਚ ਪਾਇਆ ਗਿਆ। ਸਰਹੰਦ ਨਗਰੀ ਦੇ ਸਾਰੇ ਘਰ ਲੁੱਟ-ਕੁੱਟ ਕੇ ਉਜਾੜ ਦਿੱਤੇ ਗਏ। ਸੂਬੇ ਉਸ ਵਕਤ ਸੂਰਵੀਰਾਂ ਨੇ ਮਨ ਭਾਉਂਦੀਆਂ ਵਿਚਾਰਾਂ ਪ੍ਰਾਪਤ ਕੀਤੀਆਂ। ਉਸ ਵਕਤ ਬਣਦੀ ਸਜ਼ਾ ਇਦਾਂ ਦੇ ਰਹੇ ਨੇ। ਉਹ ਲੁੱਟ ਕੇ ਬਹੁਤ ਧਨ ਪ੍ਰਾਪਤ ਕੀਤਾ ਉਹਨਾਂ ਨੇ। ਉਹ ਬਾਹਰ ਨਿਕਲ ਕੇ ਆਏ, ਆਪਣੇ ਡੇਰੇ ਵਿੱਚ ਚਲੇ ਗਏ। ਬਹੁਤ ਦੂਰ ਤੱਕ ਲੋਕ ਉੱਚੀ ਉੱਚੀ ਪੁਕਾਰ ਕਰਦੇ ਸਨ। ਵੱਡਾ ਸੰਕਟ ਪੈਣ ਕਰਕੇ ਇਸਤਰੀ ਪੁਰਸ਼ ਰੋ ਰਹੇ ਸਨ। ਤੁਰਕ ਵਜ਼ੀਰ ਖਾਨ ਆਦ ਨੂੰ ਗਾਲਾਂ ਦਿੰਦੇ ਸਨ ਕਿ ਪਾਪੀ ਨੇ ਏਡਾ ਵੱਡਾ ਪਾਪ ਕਮਾਇਆ। ਇਸ ਨਗਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਮੁਖ ਦੇ ਵਿੱਚੋਂ ਫਟਕਾਰ ਲੈਣਾ ਕੀਤਾ। ਇਸ ਨਗਰੀ ਦੇ ਵਿੱਚ ਅਸੀਂ ਵੀ ਬੇਕਸੂਰੇ ਮਾਰੇ ਗਏ ਹਾਂ, ਕਿਉਂਕਿ ਜਿਸ ਵੇਲੇ ਜਿਸ ਪਰਿਵਾਰ ਦੇ ਵਿੱਚ ਜਾਂ ਕਿਸੇ ਵੱਡੇ ਪਰਿਵਾਰ ਦੇ ਵਿੱਚ ਕੋਈ ਮਨੁੱਖ ਕਲੰਕ ਕਰੇ, ਉਦਾਂ ਦਾ ਕਰਮ ਕਰੇ, ਤੇ ਉਸ ਪਰਿਵਾਰ ਨੂੰ ਵੱਡੇ ਪਰਿਵਾਰ ਨੂੰ ਕਹਿੰਦੇ ਇਦਾਂ ਕਲੰਕ ਲੱਗ ਜਾਂਦਾ। ਉਹਨੂੰ ਸਾਰਿਆਂ ਨੂੰ ਵਿੱਚ ਦੋਸ਼ੀ ਮੰਨ ਲਿਆ ਜਾਂਦਾ ਕਿ ਵੀ ਲੋਕ ਦੋਸ਼ੀ ਨੇ। ਉਹ ਫਿਰ ਬਣਦੀ ਸਜ਼ਾ ਨਾਲ ਹੀ ਉਹਨਾਂ ਨੂੰ ਭੁਗਤਣੀ ਪੈ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਸਿੱਖਾਂ ਨੇ ਜਦੋਂ ਦੇਖਿਆ ਇਸ ਸਰਹੰਦ ਨਗਰੀ ਦੇ ਲੋਕ ਨੂੰ ਸਤਿਗੁਰੂ ਨੇ ਫਟਕਾਰ ਦਿੱਤਾ, ਇਹਨਾਂ ਨੂੰ ਸਾਰਿਆਂ ਨੂੰ ਫਟਕਾਰ ਦਿੱਤਾ। ਹੁਣ ਜਿਵੇਂ ਜਿਵੇਂ ਸਤਿਗੁਰੂ ਨੇ ਦੱਸਿਆ ਉਹਦੇ ਮੁਤਾਬਕ ਸਜ਼ਾ ਮਿਲੇਗੀ। ਤੇ ਗੁਰੂ ਨਾਨਕ ਦੇ ਦਰ ਦੇ ਵਿੱਚ ਪਾਰ ਉਤਾਰੇ ਹੁੰਦੇ ਨੇ।
ਜਿਹੜਾ ਵੀ ਪਾਪੀ ਉਹ ਬਖਸ਼ਿਆ ਨਹੀਂ ਜਾਂਦਾ, ਤੇ ਜਿਹੜਾ ਗੁਰੂ ਨਾਨਕ ਦੇ ਦਰ ਨਾਲ ਜੁੜਿਆ ਉਹ ਤੇ ਸਤਿਗੁਰ ਦੀ ਕਿਰਪਾ ਵਰਤ ਜਾਂਦੀ। ਫਿਰ ਸੁੱਚਾ ਆਨੰਦ ਨੂੰ ਨੱਕ ਵਿੱਚ ਨਕੇਲ ਪਾ ਕੇ ਇਸੇ ਤਰ੍ਹਾਂ ਉਹ ਪਾਪੀ ਨੂੰ ਸੋਧਣ ਦੀ ਵਿਚਾਰ ਕੀਤੀ। ਕੋ ਕੇ ਪਾਪੀ ਨੂੰ ਮਾਰ ਦਿੱਤਾ ਗਿਆ। ਮਨ ਵਿੱਚ ਵਿਚਾਰ ਪ੍ਰਾਪਤ ਹੋਈ। ਜਦੋਂ ਪਾਪੀ ਮਰਦਾ ਨਾ, ਉਹਦੇ ਮਨ ਵਿੱਚ ਆਟੋਮੈਟਿਕਲੀ ਆਖਰੀ ਸਮੇਂ ਉਹ ਵਿਚਾਰ ਉਤਪੰਨ ਹੋ ਜਾਂਦੀ ਕਿ ਮੈਂ ਆਹ ਕਰਮ ਕੀਤੇ ਨੇ, ਏਦਾਂ ਪਾਪ ਕਮਾਏ ਨੇ, ਆਹ ਕੀਤਾ ਤੇ ਨਹੀਂ ਕਰਨਾ ਚਾਹੀਦਾ, ਏਦਾਂ ਦੀ ਵਿਚਾਰ ਪ੍ਰਾਪਤ ਹੁੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਬਾਅਦ ਵਿੱਚ ਇਹ ਮਨੁੱਖ ਪਛਤਾਉਂਦਾ, ਪਛਤਾਵੇ ਤੇ ਬਣਦਾ ਵੀ ਕੁਝ ਨਹੀਂ। ਹੁਣ ਉਦਾਂ ਇਸ ਆਧਾਰ ਤੇ ਸਾਰਿਆਂ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਕੋ ਕੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਮਾਰਨਾ ਸ਼ੁਰੂ ਕਰ ਦਿੱਤਾ। ਨਗਰੀ ਦੇ ਲੋਕ ਦੀਨ ਹੋ ਕੇ ਰੋਂਦੇ ਸਨ, ਸਭ ਕੁਝ ਛੱਡ ਕੇ ਤੁਰੰਤ ਭੱਜ ਜਾਂਦੇ ਸਨ। ਉਹ ਡਰਦੇ ਹੋਏ ਕਹਿੰਦੇ ਸਨ, ਜੇ ਪ੍ਰਾਣ ਬਚੇ ਰਹਿਣਗੇ ਤਾਂ ਕਿਤੇ ਹੋਰ ਜਾ ਕੇ ਰਹਿ ਲਵਾਂਗੇ, ਬਸ ਜਾਵਾਂਗੇ, ਤੇ ਜੇ ਪ੍ਰਾਣ ਨਾ ਰਹੇ ਫਿਰ ਕਹਿੰਦੇ ਸਾਜੋ ਸਮਾਨ ਵੀ ਕਿਸ ਕੰਮ ਦਾ ਭਾਵ ਨਹੀਂ। ਜੇ ਪ੍ਰਾਣ ਹੋਵਣਗੇ ਤੇ ਏਦਾਂ ਦੀਆਂ ਵਸਤਾਂ ਅਨੇਕ ਪ੍ਰਕਾਰ ਦੀਆਂ ਪ੍ਰਾਪਤ ਕਰ ਲਵਾਂਗੇ, ਸਭ ਵਸਤਾਂ ਨੂੰ ਹਾਸਲ ਕਰ ਲਵਾਂਗੇ। ਤੇ ਜੇ ਕੁਝ ਪ੍ਰਾਪਤ ਨਾ ਹੋਇਆ ਤੇ ਫਿਰ ਕਹਿੰਦੇ ਬਣਨਾ ਕੀ ਹੈ, ਭਾਵ ਕੁਝ ਨਹੀਂ, ਫੇਰ ਨਹੀਂ ਕੋਈ ਗੱਲਬਾਤ ਬਣ ਸਕਦੀ। ਇਸ ਕਰਕੇ ਨਗਰੀ ਦੇ ਲੋਕ ਡਰ ਕੇ ਭੱਜ ਜਾਂਦੇ ਨੇ। ਜਿਹੜੇ ਭੱਜ ਜਾਂਦੇ ਉਹਦੀ ਜਾਨ ਬਚਾ ਲੈਂਦੇ, ਜਿਹੜੇ ਅੜ ਜਾਂਦੇ ਨੇ ਉਹ ਜਾਨ ਗਵਾ ਲੈਂਦੇ। ਕਿੱਥੋਂ ਤੱਕ ਨਗਰ ਦੀ ਹਾਲਤ ਬਾਰੇ ਬਿਆਨ ਕਰੀਏ। ਨਗਰ ਵਾਸੀ ਸਭ ਕੁਝ ਛੱਡ ਕੇ ਚਾਰੇ ਪਾਸੇ ਭੱਜਣੇ ਸ਼ੁਰੂ ਹੋ ਗਏ। ਕਰੋੜਾਂ ਦਾ ਧਨ ਦਲ ਵਿੱਚ ਆਇਆ ਤੇ ਬਸਤਾਂ ਦਾ ਢੇਰ ਵੱਡਾ ਅੰਬਾਰ ਲੱਗ ਗਿਆ। ਸਭ ਵੱਡੇ ਵੱਡੇ ਉਮਰਾਵ ਮਾਰ ਦਿੱਤੇ ਗਏ ਨੇ। ਜਿਹੜੇ ਪਾਲਕੀਆਂ ਤੇ ਹਾਥੀਆਂ ਦੀ ਸਵਾਰੀ ਕਰਦੇ ਸਨ, ਉਹ ਸਤਿਗੁਰ ਦੇ ਖਾਲਸਾ ਪੰਥ ਨੇ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ, ਮੌਤ ਦੇ ਘਾਟ ਉਤਾਰ ਦਿੱਤਾ। ਏਦਾਂ ਦੀ ਵਿਚਾਰ ਪ੍ਰਾਪਤ ਹੋਈ ਹੈ। ਤੇ ਗੁਰੂ ਪਿਆਰਿਓ, ਆਪਣੇ ਆਪ ਨੂੰ ਕਹਿਣ ਕਹਾਉਣ ਵਾਲੇ, ਆਪਣੇ ਆਪ ਦੀ ਵਿਚਾਰ ਰੱਖਣ ਵਾਲੇ ਉਹ ਸਾਰੇ ਮਿੱਟੀ ਵਿੱਚ ਮਿਲਾ ਦਿੱਤੇ। ਉਹਨਾਂ ਦੇ ਘਰਾਂ ਵਿੱਚ ਹਰ ਕੋਈ ਪ੍ਰਵੇਸ਼ ਕਰਦਾ ਸੀ। ਉਹਨਾਂ ਦੇ ਸਾਰੇ ਪਦਾਰਥ ਲੁੱਟ ਲੈਣਾ ਕੀਤੇ ਨੇ। ਉਹਨਾਂ ਦੀਆਂ ਸਾਰੀਆਂ ਇਸਤਰੀਆਂ ਗ੍ਰਿਫਤਾਰ ਕਰ ਲਈਆਂ ਗਈਆਂ। ਗਰੀਬ ਲੋਕਾਂ ਨੇ ਮਿਲ ਕੇ ਲਾਲਚ ਧਾਰਨ ਕੀਤਾ ਤੇ ਧਨੀ ਲੋਕਾਂ ਦੇ ਘਰਾਂ ਦੀ ਧਨ ਪ੍ਰਾਪਤ ਕਰਨ ਵਾਸਤੇ ਖੁਦਾਈ ਕਰਨ ਲੱਗ ਪਏ ਨੇ। ਕਹਿੰਦੇ ਅੰਦਰ ਦੱਬਿਆ ਹੋਇਆ ਧਨ ਵਿਸ਼ੇਸ਼ ਤੌਰ ਤੇ ਕੱਢਿਆ ਤੇ ਬਾਕੀ ਘਰਾਂ ਨੂੰ ਤੋੜਨ ਲੱਗੇ ਨੇ। ਕਿਲੇ ਆਦਿ ਵਿੱਚ ਜਿੰਨੀ ਵੀ ਮਾਇਆ ਸੀ ਲੱਭ ਲੱਭ ਕੇ ਪ੍ਰਾਪਤ ਕੀਤੀ, ਕੱਢ ਲੈਣਾ ਕੀਤੀ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਰੋੜਾਂ ਦਾ ਧਨ ਪ੍ਰਾਪਤ ਕੀਤਾ। ਜਿਹੜਾ ਵਜ਼ੀਰੇ ਆਦਿ ਨੇ ਇਕੱਠਾ ਕਰਕੇ ਰੱਖਿਆ ਸੀ ਨਾ, ਜਿੱਥੇ ਬਹੁਤ ਧਨਾਟ ਲੋਕ ਰਹਿੰਦੇ ਸਨ, ਉਹਨਾਂ ਪਾਸ ਸਾਰਾ ਧਨ ਖੋਹ ਲਿਆ। ਨਗਰ ਦੇ ਲੋਕਾਂ ਨੂੰ ਵੱਡਾ ਡਰ ਉਤਪੰਨ ਹੋਣਾ ਕੀਤਾ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਪ੍ਰਾਣਾਂ ਨੂੰ ਬਚਾ ਕੇ ਉਥੋਂ ਭੱਜ ਜਾਣਾ ਕੀਤੇ ਨੇ। ਹੋਰ ਸਭ ਕੁਝ ਉੱਥੇ ਲੁਟਾ ਦਿੱਤਾ। ਕੇਵਲ ਪ੍ਰਾਣ ਬਚੇ ਰਹਿ ਗਏ। ਸਾਰਿਆਂ ਨੇ ਕਹਿੰਦੇ ਵੱਡਾ ਸੰਕਟ ਪ੍ਰਾਪਤ ਕੀਤਾ। ਜਿਹੜੇ ਕੁਝ ਅੜੇ ਸਨ ਉਹ ਤਾਂ ਕਹਿੰਦੇ ਮਾਰ ਲਏ ਗਏ, ਤੇ ਗੁਰੂ ਜੀ ਦੇ ਪੁੱਤਰਾਂ ਨੂੰ ਕਹਿੰਦੇ ਮਾਰਨ ਦੇ ਪਾਪ ਦਾ ਭਾਰੀ ਫਲ ਪ੍ਰਾਪਤ ਕੀਤਾ, ਜਿਹੜਾ ਸਾਰੀ ਨਗਰੀ ਉੱਪਰ ਆਣ ਪ੍ਰਾਪਤ ਹੋਇਆ। ਕਹਿੰਦੇ ਹੁਣ ਨਗਰੀ ਨੂੰ ਕੌਣ ਬਚਾ ਸਕਦਾ ਸੀ, ਭਾਵ ਕੋਈ ਨਹੀਂ। ਏਦਾਂ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸਾ ਪੰਥ ਨੇ ਉਹਨਾਂ ਪਾਪੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕਈ ਦਿਨ ਉੱਥੇ ਡੇਰਾ ਰੱਖਿਆ ਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਫਿਰ ਉਹਨਾਂ ਨੇ ਹੁਕਮ ਕੀਤਾ, ਕਹਿੰਦੇ ਸਾਰੇ ਘਰ
ਢਾ ਕੇ ਮਿੱਟੀ ਵਿੱਚ ਮਿਲਾ ਦੇਵੋ। ਇਸ ਨਗਰੀ ਦੀਆਂ ਜੜ੍ਹਾਂ ਕਹਿੰਦੇ ਸਤਲੁਜ ਦਰਿਆ ਵਿੱਚ ਸੁੱਟ ਦੇਵੋ ਤੇ ਗੁਰੂ ਜੀ ਦੇ ਸਰਾਪ ਨੂੰ ਹੁਣ ਕਹਿੰਦੇ ਸਫਲਾ ਕਰ ਦੇਵੋ। ਜਿਹੜਾ ਵੀ ਇਸ ਨਗਰ ਦੇ ਘਰ ਦੇ ਵਿੱਚ ਰਹੇਗਾ ਜਾਂ ਉਹਨੂੰ ਢਾਉਂਦਾ ਉਹ ਰਹੇਗਾ, ਉਹ ਵੀ ਕਹਿੰਦੇ ਜਦ ਕਦ ਧਨ ਪ੍ਰਾਪਤ ਕਰਦਾ ਹੋ ਰਹੇਗਾ। ਦਲ ਦੇ ਲੋਕ ਤੇ ਹੋਰ ਗਰੀਬ ਲੋਕ ਸ੍ਰੇਸ਼ਟ ਬਾਕੀ ਘਰਾਂ ਨੂੰ ਢਾਉਣ ਲੱਗੇ ਨੇ ਤੇ ਸਤਿਗੁਰ ਦਾ ਹੁਕਮ ਪ੍ਰਾਪਤ ਕੀਤਾ। ਵੱਡੇ ਦਰਵਾਜ਼ੇ ਤੇ ਜਿੱਥੇ 4 ਛੱਤੀਆਂ ਅਟਾਰੀਆਂ ਸਨ, ਜਿੱਥੇ ਮਮਟੀਆਂ ਖਾਸਦੀ ਵਿਚਾਰ ਪ੍ਰਾਪਤ ਕੀਤੀ ਹੋਈ, ਏਦਾਂ ਕਹਿੰਦੇ ਸਾਰਿਆਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਸਾਰਿਆਂ ਨੂੰ ਖਤਮ ਕਰ ਦੇਣਾ ਕੀਤਾ। ਜੋ ਮਹਿੰਗੇ ਤੌਰ ਤੇ ਮਾਇਆ ਦੇ ਕੇ ਬਹੁਤ ਮੁੱਲ ਅਦਾ ਕਰਕੇ ਵੱਡੇ ਵੱਡੇ ਸੋਹਣੇ ਮੀਨਾਕਾਰੀ ਕਰਕੇ ਗੇਟ ਲਾਏ ਸਨ, ਦਰਵਾਜ਼ੇ ਲਾਏ ਸਨ, ਸਾਰਿਆਂ ਨੂੰ ਤਹਿਸ ਨਹਿਸ ਕਰਨਾ ਸ਼ੁਰੂ ਕਰ ਦਿੱਤਾ ਗਿਆ। ਤੇ ਗੁਰੂ ਪਿਆਰਿਓ, ਉਸ ਵਕਤ ਭਾਰੀ ਛੌਲਦਾਰੀਆਂ ਤੇ ਸੁੰਦਰ ਚੂਨੇ ਦੇ ਦਰੀਚੇ ਬਣਾਏ ਹੋਏ ਨੇ ਤੇ ਸਤਿਗੁਰ ਦੀ ਇਸ ਵਿਚਾਰ ਦੇ ਆਧਾਰ ਤੇ ਸਭ ਕੁਝ ਖਤਮ ਕਰ ਦਿੱਤੇ ਗਏ, ਜਿਸ ਦੇ ਨੇਕਾਂ ਰੀਤੀਆਂ ਨਾਲ ਕੁਝ ਬਹੁਤ ਦਰਵਾਜ਼ੇ ਬਣਾਏ ਸਨ। ਕਈ ਘਰ ਸੋਨੇ ਦੀ ਝਾਲ ਸਹਿਤ ਸੋਭ ਰਹੇ ਸਨ, ਕਈਆਂ ਉੱਪਰ ਵਿਚਿੱਤਰ ਚਿੱਤਰ ਬਣਾਏ ਸਨ, ਸੁੰਦਰ ਬੈਠਕਾਂ ਉੱਪਰ ਸੁੰਦਰ ਚੰਦੋਏ ਤਾਣੇ ਹੋਏ ਸਨ, ਭਿੰਨ ਭਿੰਨ ਪ੍ਰਕਾਰ ਦੇ ਆਚਰਜ ਭਵਨ ਬਣਾਏ ਹੋਏ ਸਨ। ਇੰਦਰਪੁਰੀ ਦੇ ਬਰਾਬਰ ਨਗਰੀ ਬਣੀ ਹੋਈ ਸੀ, ਜਿਸ ਨੂੰ ਢਾ ਕੇ ਤੋੜ ਕੇ ਬਰਾਬਰ ਕਰ ਦਿੱਤਾ ਗਿਆ। ਉਸ ਨਗਰੀ ਨੂੰ ਪੁੱਛਣ ਵਾਲਾ ਕਿਹੜਾ ਜਿਹੜਾ ਕਿ ਇਹਨਾਂ ਨੂੰ ਰੋਕੇ, ਪੁੱਛ ਕੇ ਰੋਕੇ ਕਿ ਭਾਈ ਇਹ ਕੰਮ ਨਾ ਕਰੋ। ਕੌਣ ਹੈ? ਪਾਪ ਕੋਈ ਨਹੀਂ। ਕਿਹਦੇ ਵਿੱਚ ਹਿੰਮਤ ਹੈ? ਕਿਸੇ ਵਿੱਚ ਨਹੀਂ। ਕਿਹਨੂੰ ਆਪਣੀ ਜਾਨ ਪਿਆਰੀ ਨਹੀਂ। ਉਸ ਵਕਤ ਇਦਾਂ ਦੀ ਵਿਚਾਰ ਪ੍ਰਾਪਤ ਹੋਈ ਗੁਰੂ ਪਿਆਰਿਓ। ਉਹ ਨਗਰੀ ਨੂੰ ਪੁੱਟਣ ਨਾਲ ਬਹੁਤ ਧਨ ਨਿਕਲਦਾ ਸੀ, ਇਸ ਕਰਕੇ ਹੀ ਉਸ ਨੂੰ ਕਹਿੰਦੇ ਬਹੁਤ ਬੁਰੀ ਤਰ੍ਹਾਂ ਢਾ ਕੇ ਮੈਦਾਨ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਗੁਰੂ ਜੀ ਦੇ ਪੁੱਤਰਾਂ ਦੇ ਪਾਪ ਕਰਕੇ ਨਗਰੀ ਦੀ ਐਸੀ ਗਤੀ ਹੋਈ, ਮਾਨੋ ਇੱਥੇ ਕੋਈ ਰਹਿੰਦਾ ਹੀ ਨਾ ਹੋਵੇ। ਉਜਾੜ ਬਣ ਗਿਆ, ਖੰਜਰ ਬਣ ਗਏ, ਉਹ ਖੰਡਰ ਬਣ ਗਏ। ਜਿੰਨੇ ਵੀ ਸਾਰੇ ਮਹਿਲ ਸਨ, ਉੱਚੀਆਂ ਅਟਾਰੀਆਂ ਸਨ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸੁੱਚਾਨੰਦ ਖੱਤਰੀ ਨੂੰ ਮੰਗਵਾਇਆ, ਮਾਰ ਦਿੱਤਾ ਗਿਆ, ਜਿਸ ਦੇ ਨੱਕ ਵਿੱਚ ਲੋਹੇ ਦੇ ਕੜੇ ਦੀ ਨਕੇਲ ਪਾਈ ਸੀ, ਜਿਸ ਨੂੰ ਬਹੁਤ ਬੁਰੀ ਤਰ੍ਹਾਂ ਬੰਨਿਆ ਹੋਇਆ ਸੀ। ਉਸ ਨੂੰ ਕਹਿੰਦੇ ਨੱਕ ਤੋਂ ਖਿੱਚ ਕੇ ਚੰਡਾਲ ਦੇ ਹਵਾਲੇ ਕਰ ਦਿੱਤਾ। ਦੇਖਿਆ ਕਹਿੰਦੇ ਦਲ ਦਾ ਜਿਹੜਾ ਸਾਰਾ ਬਾਜ਼ਾਰ ਹੈ, ਕਹਿੰਦੇ ਇਸ ਨੂੰ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਦੀ ਲੰਘੋ, ਇਸ ਪਾਪੀ ਦਾ ਜਲੂਸ ਕੱਢੋ, ਇੱਕ ਇੱਕ ਕੌਡੀ ਇਸ ਤੋਂ ਕਹਿੰਦੇ ਦੁਕਾਨਾਂ ਤੋਂ ਮੰਗਵਾਓ ਤੇ 5-5 ਜੁੱਤੀਆਂ ਇਸ ਦੇ ਸਿਰ ਦੇ ਵਿੱਚ ਮਾਰੋ। ਇਸ ਪ੍ਰਕਾਰ ਫੇਰਦੇ ਹੋਏ ਸਦਾ ਘੁਮਾਵੋ ਤੇ ਕਹਿੰਦੇ ਫਿਰ ਜੁੱਤੀਆਂ ਮਾਰ ਮਾਰ ਕੇ ਇਸ ਦੇ ਪ੍ਰਾਣ ਖਤਮ ਕਰ ਦੇਵੋ। ਇਹਨੇ ਪਾਪ ਕਮਾਇਆ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਇਸ ਪਾਪੀ ਨੇ ਇਹ ਕਹਿਰ ਕਮਾਇਆ। ਇਸ ਰੀਤੀ ਕਰਨ ਨਾਲ ਕਰਨ ਵਾਸਤੇ ਹੁਕਮ ਸੁਣਾ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਫਿਰ ਕਹਿੰਦੇ ਉਸ ਨੂੰ ਨਿਤ ਜੁੱਤੀਆਂ ਦੀ ਮਾਰ ਪੈਂਦੀ ਹੈ। ਇਸ ਪ੍ਰਕਾਰ ਗੁਰੂ ਜੀ ਧਰੋਹੀ ਜੁੱਤੀਆਂ ਮਾਰ ਮਾਰ ਕੇ ਕਹਿੰਦੇ ਸਤਿਗੁਰ ਦੇ ਸਿੱਖਾਂ ਨੇ, ਖਾਲਸਾ ਪੰਥ ਨੇ ਉਹ ਵੱਡੇ ਪਾਪੀ ਨੂੰ ਮਾਰ ਦਿੱਤਾ। ਵੱਡਾ ਸੰਕਟ ਭੋਗ ਕੇ ਨਰਕਾਂ ਵਿੱਚ ਜਾ ਪਿਆ। ਹੁਣ 8 ਸਾਲਾਂ ਦੀ ਉਸ ਦੀ ਇੱਕ ਕੰਨਿਆ ਸੀ। ਉਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਦਲ ਵਿੱਚ ਫੜ ਕੇ ਲਿਆਂਦੀ। ਕਈ ਮਨੁੱਖ ਉਸ ਵੇਲੇ ਦਇਆ ਸਹਿਤ ਹੋ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਣਾ ਕੇ ਕਹਿਣ ਲੱਗੇ
ਕਿ ਖਾਲਸਾ ਜੀ ਇਸ ਵਿਚਾਰੀ ਦਾ ਕੋਈ ਦੋਸ਼ ਨਹੀਂ ਹੈ ਤੇ ਪਾਪ ਨਹੀਂ ਹੈ। ਇਸ ਵਿਚਾਰੀ ਦਾ ਕੀ ਦੋਸ਼ ਹੈ ਤੇ ਪਾਪ ਹੈ, ਭਾਵ ਕੋਈ ਨਹੀਂ। ਜੇ ਇਸ ਨੂੰ ਹੁਣ ਕਹਿੰਦੇ ਤੱਕ ਕੋਈ ਸੂਝ ਬੂਝ ਨਹੀਂ ਹੈ, ਇਸ ਨੂੰ ਇਹ ਜਾਣ ਕੇ ਛੱਡਣਾ ਹੀ ਉਚਿਤ ਹੈ। ਇਸ ਕਰਕੇ ਕਹਿੰਦੇ ਇਸ ਨੂੰ ਛਡਵਾ ਦੇਵੋ ਤੇ ਫਿਰ ਕਹਿੰਦੇ ਕੋਈ ਵੀ ਨਾ ਫੜੇ। ਇਹ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੱਡਾ ਕ੍ਰੋਧ ਧਾਰਨ ਕੀਤਾ। ਕਹਿੰਦੇ ਤੁਸੀਂ ਸਾਨੂੰ ਕੀ ਸੁਣਾਇਆ? ਜਿਹੜੇ ਦੁੱਧ ਪੀਂਦੇ ਸਾਹਿਬਜ਼ਾਦੇ ਸਨ, ਜਿਨ੍ਹਾਂ ਨੂੰ ਕੋਈ ਸਮਝ ਨਹੀਂ ਸੀ ਕਿ ਮਿਲਣਾ ਹੈ ਕਿ ਜੰਗ ਕਰਨੀ ਹੈ ਜਾਂ ਕਿੱਦਾਂ ਦੀ ਵਿਚਾਰ ਪ੍ਰਾਪਤ ਕਰਨੀ, ਪਾਪੀਆਂ ਨੇ ਉਹਨਾਂ ਨੂੰ ਕੋ ਕੇ ਮਾਰਿਆ। ਇਹਦੇ 8 ਸਾਲਾਂ ਦੀ ਬਾਬਾ ਫਤਿਹ ਸਿੰਘ ਬਹੁਤ ਛੋਟੀ ਉਮਰ ਦੇ ਸਨ, ਬੜੀ ਛੋਟੀ ਉਮਰ ਦੇ ਸਨ। ਉਹਨਾਂ ਦਾ ਦੋਸ਼ ਇਹਨਾਂ ਨੇ ਕੀ ਜਾਣਿਆ, ਭਾਵ ਕੋਈ ਨਹੀਂ। ਉਹਨਾਂ ਨੇ ਕੀ ਗਲਤੀ ਕੀਤੀ ਇਹਨਾਂ ਪਾਪੀਆਂ ਅੱਗੇ, ਜਿਹੜਾ ਕਿ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ, ਨੀਹਾਂ ਵਿੱਚ ਜਣ ਕੇ ਸ਼ਹੀਦ ਕਰ ਦਿੱਤੇ ਗਏ। ਹਜ਼ਾਰਾਂ ਦੀ ਸਭਾ ਵਿੱਚ ਸਾਰੇ ਕਹਿੰਦੇ ਸਿਆਣੇ ਮਨੁੱਖ ਬੈਠੇ ਸਨ। ਮਾੜੀ ਮੱਤ ਵਾਲਿਆਂ ਨੇ ਕੁਝ ਵੀ ਵਿਚਾਰ ਨਹੀਂ ਕੀਤੀ, ਤਰਸ ਨਹੀਂ ਕੀਤਾ। ਆ ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਕਹਿੰਦੇ ਇਸ ਖੱਤਰੀ ਦੇ ਕਹਿਣ ਸੁਣਨ ਤੇ ਹੀ ਮਾਰਿਆ ਗਿਆ। ਇਹ ਪਾਪੀ ਸੁੱਚਾ ਨੰਦ ਦਾ ਪਿਓ, ਇਹਦਾ ਪਿਤਾ, ਉਹਨੇ ਸਭਾ ਦੇ ਵਿੱਚ ਇਹ ਗੱਲ ਕਹੀ ਕਿ ਜੰਮ ਦੀਆਂ ਸੂਲਾਂ ਦੇ ਮੂੰਹ ਦੇਖੇ ਹੁੰਦੇ ਨੇ। ਇਸ ਕਰਕੇ ਕਹਿੰਦੇ ਵਜੀਦ ਖਾਨ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਹੋਰ ਜ਼ੋਰ ਪ੍ਰਾਪਤ ਕੀਤਾ। ਇਦਾਂ ਦੀ ਵਿਚਾਰ ਕੀਤੀ। ਜਿਹੜੀ ਝੂਠਾ ਨੰਦ ਦੀ ਪੁੱਤਰੀ, ਕਹਿੰਦੇ ਇਸ ਲਈ ਇਸ ਨੂੰ ਛੱਡਣਾ ਉਚਿਤ ਨਹੀਂ ਹੈ। ਸਾਡੀ ਹਾਜ਼ਰੀ ਵਿੱਚ ਉਸ ਨੂੰ ਲੈ ਕੇ ਆਵੋ ਤੇ ਚੰਡਾਲਾਂ ਦੇ ਹੱਥ ਫੜਾ ਦੇਵੋ। ਕਹਿੰਦੇ ਇਸ ਨੂੰ ਆਪਣੇ ਵਿੱਚ ਮਿਲਾ ਲੈਣ ਤੇ ਇਸ ਪਾਪੀ ਦੇ ਜਵਾਈ ਬਣ ਜਾਣ। ਇਹ ਕਹਿ ਕੇ ਉਸ ਲੜਕੀ ਨੂੰ ਤੁਰੰਤ ਬੁਲਾਇਆ ਤੇ ਹੁਕਮ ਕਰਕੇ ਚੰਡਾਲਾਂ ਦੇ ਹੱਥ ਫੜਾ ਦਿੱਤੀ। ਉਸ ਵਕਤ ਚੰਡਾਲਾਂ ਨੇ ਉਸ ਲੜਕੀ ਨੂੰ ਪ੍ਰਾਪਤ ਕੀਤਾ, ਘਰ ਚਲੇ ਗਏ। ਇਸ ਪ੍ਰਕਾਰ ਪਾਪੀ ਮਨੁੱਖ ਚੁਣ ਚੁਣ ਕੇ ਮਾਰ ਦਿੱਤੇ ਗਏ। ਜਿਹੜੇ ਵੀ ਨਗਰੀ ਵਿੱਚ ਗੁਰੂ ਜੀ ਦੇ ਨਿੰਦਕ ਰਹਿੰਦੇ ਸਨ, ਸਾਰਿਆਂ ਨੂੰ ਖਤਮ ਕਰ ਦਿੱਤਾ। ਉਹਨਾਂ ਦੀਆਂ ਪੁਸਤਾਂ ਤੱਕ, ਉਹਨਾਂ ਦੀਆਂ ਪੀੜ੍ਹੀਆਂ ਤੱਕ ਸਾਰਿਆਂ ਨੂੰ ਮਾਰ ਦਿੱਤਾ ਗਿਆ, ਖਤਮ ਕਰ ਦਿੱਤਾ ਗਿਆ। ਕੋਈ ਵੀ ਬਚਿਆ ਨਹੀਂ। ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਪਾਸ ਆ ਕੇ ਸੁਣਾਇਆ ਗਿਆ, ਵਿਚਾਰ ਕੀਤੀ ਗਈ। ਕਹਿੰਦੇ ਹੁਣ ਕੋਈ ਨਹੀਂ ਬਚਿਆ, ਜਿਹੜਾ ਬਚਿਆ ਹੋਵੇਗਾ ਉਹ ਤੁਰੰਤ ਮਾਰ ਦਿੱਤਾ ਜਾਵੇਗਾ। ਲੱਭ ਲੱਭ ਕੇ ਉਹ ਮਨੁੱਖ ਮੰਗਵਾਏ ਗਏ, ਉਹਨਾਂ ਦੇ ਹੱਥ ਪੈਰ ਜਾਂ ਨੱਕ ਕੱਟ ਦਿੱਤੇ ਗਏ। ਕਈਆਂ ਦੇ ਮੁੱਖ ਕਾਲੇ ਕਰਕੇ ਉਹਨਾਂ ਨੂੰ ਗਧਿਆਂ ਉੱਪਰ ਬਿਠਾ ਦੇਣਾ ਕੀਤਾ। ਬਾਹਰ ਨਗਰ ਵਿੱਚ ਫੇਰੇ ਗਏ, ਕਈ ਫੜ ਕੇ ਖੂਹਾਂ ਵਿੱਚ ਸੁੱਟ ਦਿੱਤੇ ਗਏ। ਸਾਰਿਆਂ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਮਾਰਨਾ ਕੀਤਾ। ਪਾਪ ਸਮੇਂ ਨੂੰ ਯਾਦ ਕਰ ਕਰਕੇ ਚੁਣ ਚੁਣ ਕੇ ਮਾਰ ਕੇ ਜੜਾਂ ਰਹਿਤ ਕਰ ਦਿੱਤੇ ਗਏ ਨੇ। ਕਹਿੰਦੇ ਇਸ ਪ੍ਰਕਾਰ ਸਰਹੰਦ ਨਗਰ ਨੂੰ ਮਾਰ ਕੇ ਉਜਾੜ ਦਿੱਤਾ ਤੇ ਕਰੋੜਾਂ ਰੁਪਏ ਧਨ ਲੁੱਟ-ਪੁੱਟ ਲੈਣਾ ਕੀਤੇ ਨੇ। ਗੁਰੂ ਜੀ ਦੇ ਸਾਰੇ ਨਿੰਦਕਾਂ ਤੇ ਧਰੋਈਆਂ ਨੂੰ ਮਾਰ ਦਿੱਤਾ ਗਿਆ। ਬਦਲਾ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਚਾਰਨ ਕੀਤੀ ਹੈ। ਇਸ ਪ੍ਰਕਾਰ ਸਰਹੰਦ ਨਗਰ ਨੂੰ ਉਜਾੜ ਕੇ ਗੁਰੂ ਜੀ ਦੇ ਨਿੰਦਕਾਂ ਨੂੰ ਚੁਣ ਚੁਣ ਕੇ ਮਾਰ ਕੇ ਫਿਰ ਕਹਿੰਦੇ ਘੋੜੇ ਉੱਪਰ ਸਵਾਰ ਹੋ ਗਏ। ਅੱਗੇ ਚੱਲ ਪਏ ਫੌਜਾਂ। ਹੁਣ ਕਹਿੰਦੇ ਵੇਸ਼ਮਾਰ ਹੋ ਗਈਆਂ। ਬੜੀਆਂ ਗਿਣਤੀ ਵਿੱਚ ਸਤਿਗੁਰ ਦੀ ਕਿਰਪਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫੌਜਾਂ ਬਹੁਤ ਜੁੜ ਗਈਆਂ। ਹੁਣ ਜਿਹੜੇ ਆਪਣੇ ਆਪ ਦੇ ਵਿੱਚ ਡਰਦੇ ਸਨ, ਆਪਣੇ ਆਪ ਦੇ ਵਿੱਚ ਖੌਫ ਰੱਖਦੇ ਸਨ ਪਾਪੀਆਂ ਦਾ, ਉਹ ਵੀ ਕਹਿੰਦੇ ਸਤਿਗੁਰ ਦੇ ਸਿੱਖ, ਨਿਮਾਣੇ ਨਿਤਾਣੇ, ਗੈਰ ਮਨੁੱਖ ਹੋਰ ਵੀ ਕਹਿੰਦੇ ਕਾਫੀ
ਜਿਹੜੇ ਲਤੜੇ ਸਨ, ਦੱਬੇ ਕੁਚਲੇ ਗਏ ਸਨ, ਭਾਵ ਜਿਨ੍ਹਾਂ ਨੇ ਇਹ ਹਕੂਮਤ ਦੀ ਕਹਿਰ ਨੂੰ ਆਪਣੇ ਸਰੀਰ ਦੇ ਉੱਤੇ ਹੰਢਾਉਣਾ ਕੀਤਾ ਸੀ, ਉਹ ਵੀ ਹੁਣ ਉੱਠ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਪ੍ਰਵੇਸ਼ ਕਰਕੇ ਮਿਲ ਗਏ ਨੇ, ਫੌਜ ਦੇ ਰੂਪ ਦੇ ਵਿੱਚ ਹੋ ਗਏ। ਉਹਨਾਂ ਨੇ ਵੀ ਹੱਥਾਂ ਵਿੱਚ ਸ਼ਾਸਤਰ ਵਾਸਤਰ ਪ੍ਰਾਪਤ ਕੀਤੇ, ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕੀਤੀ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਉਹਨਾਂ ਨੇ ਵੀ ਆਪਣੇ ਜਨਮ ਜੀਵਨ ਨੂੰ ਸਫਲਾ ਕੀਤਾ ਤੇ ਹਿਰਦੇ ਵਿੱਚ ਇੰਨਾ ਜਜ਼ਬਾ, ਇੰਨਾ ਜੋਸ਼ ਪ੍ਰਾਪਤ ਹੋ ਗਿਆ ਕਿ ਜੰਗ ਮੈਦਾਨ ਦੇ ਵਿੱਚ ਜੂਝਣ ਵਾਸਤੇ ਤਿਆਰ ਹੋ ਗਏ ਨੇ। ਕਿਸੇ ਪਾਪੀ ਤੋਂ, ਕਿਸੇ ਵੈਰੀ ਤੋਂ ਕੋਈ ਡਰਨ ਦੀ ਮਨ ਦੇ ਵਿੱਚ ਵਿਚਾਰ ਪ੍ਰਾਪਤ ਨਹੀਂ ਕੀਤੀ। ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੈ। ਹੁਣ ਜਿੱਥੋਂ ਕਿੱਥੋਂ ਬਹੁਤ ਸੂਰਵੀਰ ਚੱਲ ਕੇ ਆਉਂਦੇ ਸਨ, ਉਹ ਆਪੋ ਆਪਣੇ ਜਥੇ ਬਣਾ ਲੈਂਦੇ ਸਨ। ਘੋੜੇ, ਹਾਥੀ ਅਤੇ ਬਹੁਤ ਨਗਾਰੇ ਵੱਜਦੇ ਸਨ, ਜਿੱਥੇ ਕਿਤੇ ਜਾ ਕੇ ਮੁਲਕ ਲੁੱਟਦੇ ਸਨ। ਏਦਾਂ ਦੀ ਵਿਚਾਰ ਪ੍ਰਾਪਤ ਹੋਈ ਹੈ। ਹੁਣ ਸਤਲੁਜ ਦੇ ਪੂਰਬ ਵਾਲੇ ਪਾਸੇ ਕਹਿੰਦੇ ਇੱਕ ਦੇਸ਼ ਹੈ, ਉਹ ਸੈਨਾ ਨੇ ਲੁੱਟ ਕੇ ਵਿਸ਼ੇਸ਼ ਤੌਰ ਤੇ ਉਜਾੜ ਦੇਣਾ ਕੀਤਾ। ਭੀਮ ਚੰਦ ਇੱਕ ਕਹਿੰਦੇ ਵੱਡਾ ਪਹਾੜੀ ਰਾਜਾ ਸੀ, ਉਸ ਨੂੰ ਗੁਰੂ ਧਰੋਹੀ ਨੇ ਗੁਰੂ ਜੀ ਨਾਲ ਬਹੁਤ ਯੁੱਧ ਕੀਤਾ। ਉਹਨੇ ਕਹਿੰਦੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਅਨੰਦਪੁਰ ਸਾਹਿਬ ਵਾਲੇ ਪਾਸੇ ਗਏ ਤੇ ਸਤਿਗੁਰੂ ਜੀ ਦੇ ਸਥਾਨ ਤੇ ਜਾ ਕੇ ਆਪਣਾ ਸਿਰ ਨਿਵਾਉਣਾ ਕੀਤਾ, ਨਤਮਸਤਕ ਹੋਏ, ਦਰਸ਼ਨ ਕੀਤੇ ਨੇ। ਉੱਥੇ ਵੱਖ-ਵੱਖ ਸਥਾਨਾਂ ਦੇ ਦਰਸ਼ਨ ਕਰ ਕਰਕੇ ਬਹੁਤ ਪ੍ਰਸੰਨ ਹੋਏ। ਜਿੱਥੇ ਸਤਿਗੁਰੂ ਜੀ ਪਰਮ ਵਿਸ਼ਾਲ ਪਏ ਕਰਦੇ ਸਨ, ਜਿੱਥੇ ਸੰਗਤਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਕਰਦੇ ਸਨ, ਆ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਡੇ ਉੱਚੇ ਸਥਾਨ ਤੇ ਅਕਾਲ ਤਖਤ ਤੇ ਖਲੋ ਕੇ ਸਿੱਖਾਂ ਨੂੰ ਦਈ ਖਾਲਸਾ ਪੰਥ ਨਾਲ ਸਾਜਨਾ ਕੀਤੀ, ਖਾਲਸਾ ਪੰਥ ਨੂੰ ਪ੍ਰਗਟ ਕੀਤਾ। ਕਹਿੰਦੇ ਉੱਥੇ ਜਾ ਕੇ ਦਰਸ਼ਨ ਕੀਤੇ ਨੇ। ਮਨ ਵਿੱਚ ਖੁਸ਼ੀ ਵੀ ਹੈ ਤੇ ਅੱਜ ਮਨ ਵਿੱਚ ਇਹ ਵੀ ਹੈ ਕਿ ਸਤਿਗੁਰੂ ਜੀ ਇੱਥੇ ਹੁੰਦੇ, ਕਿੱਡੀ ਵੱਡੀ ਬਖਸ਼ਿਸ਼ ਰਹਿਮਤ ਵੱਖਰੇ ਤੌਰ ਤੇ ਵਰਤਦੀ। ਆਨੰਦਪੁਰੀ ਦੇ ਵਿੱਚ ਆਨੰਦ ਵੱਖਰੇ ਪ੍ਰਾਪਤ ਹੁੰਦੇ, ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ। ਇਦਾਂ ਕਰਕੇ ਦਰਸ਼ਨ ਕਰਦੇ ਤੇ ਮਨ ਹੀ ਮਨ ਖਿਆਲ ਦੇ ਵਿੱਚ ਲਿਆ ਕੇ ਉਥੇ ਦੇਖਦੇ ਸਤਿਗੁਰ ਜੀ ਇੱਥੇ ਬੈਠਦੇ ਹੋਣਗੇ, ਇੱਥੇ ਸਤਿਗੁਰ ਜੀ ਇਦਾਂ ਕਰਦੇ ਹੋਣਗੇ। ਜਦੋਂ ਆਨੰਦਪੁਰ ਦੀ ਧਰਤੀ ਤੇ ਵਸਦੇ ਸੀ ਸਤਿਗੁਰ ਜੀ, ਇਦਾਂ ਸਾਹਿਬਜ਼ਾਦੇ ਇਹਨਾਂ ਗਲੀਆਂ ਵਿੱਚ ਖੇਡਦੇ ਹੋਣਗੇ। ਸਤਿਗੁਰ ਦੀ ਫੌਜ ਇਦਾਂ ਲਸ਼ਕਰ ਭਾਰੀ ਰੂਪ ਦੇ ਵਿੱਚ ਇਦਾਂ ਆਉਂਦੀ ਜਾਂਦੀ ਹੋਵੇਗੀ। ਸਤਿਗੁਰ ਦੇ ਸਿੱਖ ਸਤਿਗੁਰ ਦੇ ਸਨਮੁਖ ਨਤਮਸਤਕ ਹੁੰਦੇ ਹੋਣਗੇ, ਵੱਡੀਆਂ ਵੱਡੀਆਂ ਭੇਟਾਵਾਂ ਅਰਪਣ ਕਰਦੇ ਹੋਣਗੇ। ਇਦਾਂ ਦੀ ਵਿਚਾਰ ਉਹ ਪ੍ਰਾਪਤ ਕਰ ਰਹੇ ਨੇ, ਦੇਖ ਰਹੇ ਨੇ। ਮਨ ਹੀ ਮਨ ਖਿਆਲਾਂ ਦੇ ਵਿੱਚ ਇਹ ਸਭ ਕੁਝ ਬਣਾ ਕੇ, ਮਨ ਦੇ ਵਿੱਚ ਬਣਾ ਕੇ ਸਾਰੀ ਵੀਡੀਓ ਇਹ ਵਿਚਾਰ ਦੇਖ ਰਹੇ ਨੇ। ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤ ਰਹੀ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਉਹ ਸਾਰੀਆਂ ਵਿਚਾਰਾਂ ਨੂੰ ਦੇਖ ਰਹੇ ਨੇ। ਹੁਣ ਪਹਿਲਾਂ ਇੱਥੇ ਪਹੁੰਚੇ ਆਨੰਦਪੁਰ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੇ ਦਰਸ਼ਨ ਕੀਤੇ ਨੇ ਜਿੱਥੇ ਸਤਿਗੁਰ ਜੀ ਪਰਮ ਵਿਸ਼ਾਲ ਕਰਦੇ ਸਨ। ਤੇ ਕਹਿੰਦੇ ਜੇ ਇਸ ਪ੍ਰਕਾਰ ਵੱਡੇ ਵੱਡੇ ਯੁੱਧ ਹੋਏ ਨੇ, ਉਸ ਸਮੇਂ ਕਹਿੰਦੇ ਸਾਰੇ ਕੰਨ ਲਾ ਕੇ ਸੁਣ ਰਹੇ ਨੇ। ਪਹਾੜੀ ਰਾਜਿਆਂ ਦੇ ਫਿਰ ਕਹਿੰਦੇ ਵੱਡੇ ਖੋਟ ਨੂੰ ਜਾਣਨਾ ਕੀਤਾ, ਪਹਾੜਾਂ ਵੱਲ ਚੱਲ ਪਿਆ ਤੇ ਭੀਮ ਚੰਦ ਦੀ ਵੱਡੀ ਰਾਜਧਾਨੀ ਨੂੰ ਲੁੱਟਣ ਵਾਸਤੇ ਤਿਆਰ ਹੋ ਗਏ ਨੇ। ਕਿਉਂਕਿ ਭੀਮ ਚੰਦ ਸੈਨ ਇਹ ਪਾਪੀ ਤੋਂ ਹੀ ਸਾਰਾ ਕਹਿੰਦੇ ਜਿਹੜਾ ਇਹ ਵਿਖੇੜਾ ਸ਼ੁਰੂ ਹੋਇਆ ਸੀ। ਉਹਨੇ ਸਤਿਗੁਰੂ ਜੀ ਤੋਂ ਪ੍ਰਸਾਦੀ ਹਾਥੀ ਮੰਗਿਆ ਤੇ ਚੰਦਨ ਦੀ ਚੌਂਕੀ ਮੰਗੀ, ਸਤਿਗੁਰੂ ਜੀ ਤੋਂ ਹੋਰ 5 ਕਲਾ ਸ਼ਾਸਤਰ ਮੰਗਿਆ ਕਿ ਸਤਿਗੁਰੂ ਜੀ ਨੇ ਉਹ ਸ਼ਾਸਤਰ ਦੇਣ ਨੂੰ ਇਨਕਾਰ ਕਰ ਦਿੱਤਾ। ਨਹੀਂ ਭਾਈ, ਇਹ ਤੇ ਸੰਗਤ ਦੀ ਇਮਾਨਤ ਹੈ,
ਗੁਰੂ ਨਾਨਕ ਦੇ ਦਰ ਕਰ ਦੀ ਇਮਾਨਤ ਹੈ, ਤੈਨੂੰ ਅਸੀਂ ਕਿਵੇਂ ਦੇ ਦਈਏ, ਭਾਵ ਨਹੀਂ, ਮਨਾ ਕਰ ਦਿੱਤਾ ਸੀ। ਪਰ ਉਹਨੇ ਮਨ ਵਿੱਚ ਠਾਣ ਲਈ ਜਿਵੇਂ ਕਿਵੇਂ ਕਰਕੇ ਗੁਰੂ ਸਾਹਿਬ ਜੀ ਨੂੰ ਇਹ ਬਸਤਾਂ ਪ੍ਰਾਪਤ ਕਰਾਂਗੇ, ਪਿਆਰ ਨਾਲ ਪ੍ਰਾਪਤ ਕਰਾਂਗੇ, ਪਿਆਰ ਨਾਲ ਨਹੀਂ, ਧੱਕੇ ਨਾਲ ਨਹੀਂ, ਜੰਗ ਜੁੱਧ ਕਰਕੇ ਫਿਰਦੇ ਪ੍ਰਾਪਤ ਕਰਾਂਗੇ। ਉਹਨੇ ਬੜੇ ਯਤਨ ਕੀਤੇ। ਆਪਣੇ ਪੁੱਤਰ ਦੇ ਵਿਆਹ ਦੇ ਸੰਬੰਧ ਵਿੱਚ ਵੀ ਸਤਿਗੁਰੂ ਜੀ ਤੋਂ ਬਸਤਾਂ ਮੰਗੀਆਂ ਕਿ ਅਸੀਂ ਦਿਖਾਵੇ ਵਜੋਂ ਰੱਖਣੀਆਂ, ਬਾਅਦ ਵਿੱਚ ਮੋੜ ਦਾਂਗੇ। ਸਤਿਗੁਰੂ ਜੀ ਜਾਣਦੇ ਸਨ ਪਾਪੀ ਦੀ ਨੀਅਤ ਨੂੰ। ਉਸ ਵਕਤ ਇਹਨੇ ਜਿਵੇਂ ਕਿਵੇਂ ਕਰਕੇ ਸਤਿਗੁਰ ਦੇ ਨਾਲ ਬੜਾ ਧਰੋਹ ਕਮਾਇਆ। ਆਖਰਕਾਰ ਇਹਨੇ ਏਡਾ ਬਖੇੜਾ ਖੜਾ ਕਰ ਦਿੱਤਾ, ਆਪਣੇ ਨਾਲ ਕਾਫੀ ਰਾਜੇ ਮਿਲਾ ਲੈਣਾ ਕੀਤੇ। ਇਧਰੋਂ ਸੂਬਾ ਸਰਹੰਦ ਤੱਕ, ਉਧਰੋਂ ਲਾਹੌਰ ਦੇ ਸੂਬੇ ਨੂੰ ਮਿਲਾ ਲੈਣਾ ਕੀਤਾ। ਸਾਰੇ ਇਹਨੇ ਆਪਣੇ ਨਾਲ ਮਿਲਾ ਕੇ ਵੱਡੀ ਜੰਗ ਛਿੜ ਦਿੱਤੀ। ਏਦਾਂ ਵਿਚਾਰ ਕੀਤੀ। ਭਾਵ ਕਹਿਣ ਦਾ ਸਭ ਤੋਂ ਵੱਡਾ ਮੇਨ ਜਿਹੜਾ ਬਖੇੜੇ ਦਾ ਕਾਰਨ ਹੋਇਆ, ਭੀਮ ਚੰਦ ਸੈਨ ਤੋਂ ਸ਼ੁਰੂ ਹੋਇਆ। ਇਹਦੀ ਵੱਡੀ ਰਾਜਧਾਨੀ ਨੂੰ ਲੁੱਟਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਪਹੁੰਚ ਜਾਣਾ ਕੀਤੇ ਇੱਧਰ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਕਥਾ ਵਿਚਾਰ ਦਾ ਜੋ ਸਮਾਂ ਏ ਉਹ ਸਮਾਪਤ ਹੋ ਜਾਣਾ ਕੀਤਾ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਭੀਮ ਚੰਦ ਸੈਨ ਦੀ ਇਸ ਨਗਰੀ ਨੂੰ ਕਿਵੇਂ ਲੁੱਟਦੇ ਨੇ, ਬਣਦੀ ਸਜ਼ਾ ਕਿਵੇਂ ਦੇ ਰਹੇ ਨੇ, ਕਿਵੇਂ ਕਿਵੇਂ ਕਰਕੇ ਕੀ ਵਿਚਾਰਾਂ ਹੁੰਦੀਆਂ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰ ਜੀ ਕਿਰਪਾ ਕਰਦੇ ਨੇ।